ਹੈਲੋ एवरीवन ਗਿਆਨਮ ਅਬੋਹਰ ਦੇ ਆਨਲਾਈਨ ਪਲੇਟਫਾਰਮ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕੱਲ ਆਪਾਂ ਡਿਸਕਸ ਕਰਿਆ ਸੀ ਪ੍ਰਿੰਸੀਪਲ ਹੈਡਮਾਸਟਰ ਤੇ ਬੀਪੀਓ ਦੀਆਂ ਪੋਸਟਾਂ ਦਾ ਜਿੰਨਾ ਵੀ ਸਿਲੇਬਸ ਸੀ ਉਹਦੇ ਵਿੱਚ ਜੀਐਸ ਪੋਰਸ਼ਨ ਉਹ ਮੇਰੇ ਕੋਲ ਰਹੇਗਾ। ਜੀਐਸ ਪੋਰਸ਼ਨ ਦੇ ਵਿੱਚ ਆਪਾਂ ਅਲੱਗ-ਅਲੱਗ ਟੌਪਿਕਸ ਦੇਖੇ ਸੀ। ਜਿਵੇਂ ਸਭ ਤੋਂ ਪਹਿਲਾਂ ਆਪਾਂ ਦੇਖਿਆ ਸੀ ਪੋਲਿਟਿਕਸ, ਹਿਸਟਰੀ, ਜਿਓਗ੍ਰਾਫੀ, ਇਕੋਨੋਮਿਕਸ ਤੇ ਸਾਇੰਸ ਤੇ ਕਰੰਟ ਅਫੇਅਰਸ। ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਟੌਪਿਕ ਹੈ ਆਪਣਾ ਰਹੇਗਾ ਪੋਲਿਟਿਕਸ, ਜਿਹੜਾ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਤਾਂ ਪੋਲਿਟਿਕਸ ਦਾ ਆਪਾਂ ਅਗਰ ਸਟਾਰਟਿਕਸ ਤੋਂ ਬੇਸਿਕਸ ਦੇਖੀਏ, ਅੱਜ ਵਾਲੇ ਲੈਕਚਰ ਦੇ ਵਿੱਚ ਆਪਾਂ ਸਾਰਾ ਬੇਸ ਕਵਰ ਕਰਾਂਗੇ ਤਾਂ ਕਿ ਆਉਣ ਵਾਲੇ ਲੈਕਚਰਸ ਆਪਾਂ ਨੂੰ ਅੱਛੀ ਤਰੀਕੇ ਨਾਲ ਸਮਝ ਆਉਂਦੇ ਰਹਿਣ। ਤਾਂ ਜਿਹੜਾ ਪੋਲਿਟਿਕਸ ਹੈ, ਪੋਲਿਟਿਕਸ ਨੂੰ ਆਪਾਂ ਮੀਨਿੰਗ ਸਮਝੀਏ, ਪੋਲਿਟਿਕਸ ਦਾ ਹੁੰਦਾ ਕੀ ਹੈ। ਤਾਂ ਪੋਲਿਟਿਕਸ ਦਾ ਮੀਨਿੰਗ ਐਕਚੁਅਲ ਦੇ ਵਿੱਚ ਹਿੰਦੀ ਵਿੱਚ ਦੇਖਿਆ ਜਾਏ ਤਾਂ ਆਪਾਂ ਸਭ ਨੂੰ ਪਤਾ ਆਪਾਂ ਕੀ ਬੋਲਦੇ ਹਾਂ ਪੋਲਿਟਿਕਸ ਨੂੰ, ਰਾਜਨੀਤੀ। ਆਪਾਂ ਕਹਿੰਦੇ ਆ ਵੀ ਆਹ ਵਾਲੇ ਪਰਸਨ ਰਾਜਨੀਤੀ ਖੇਲ ਰਿਹਾ ਹੈ। ਆਪਣੇ ਇੰਡੀਆ ਦੇ ਵਿੱਚ ਕਾਫੀ ਪਰਸਨ ਪੋਲੀਟੀਸ਼ੀਅਨਸ ਜਿਹੜੇ ਸਿਰਫ ਰਾਜਨੀਤੀਆਂ ਚਲਾ ਰਹੇ ਹੈ। ਰਾਜਨੀਤੀ ਦਾ ਐਕਚੁਅਲੀ ਮੀਨਿੰਗ ਹੁੰਦਾ ਕੀ ਹੈ, ਦੇਖੋ ਆਪਣੇ ਇੰਡੀਆ ਦੇ ਵਿੱਚ ਜਿਹੜੇ ਪਰਸਨ ਆਪਣੇ ਉੱਪਰ ਰਾਜ ਕਰ ਰਹੇ ਹੈ, ਰਾਜ ਕਰਨ ਵਾਸਤੇ ਜੋ ਉਹ ਨੀਤੀਆਂ ਬਣਾ ਰਹੇ ਆ, ਪੋਲਿਸੀਜ਼ ਫੋਲੋ ਕਰ ਰਹੇ ਆ, ਉਹਨੂੰ ਆਪਾਂ ਕੀ ਬੋਲਦੇ ਆ, ਰਾਜਨੀਤੀ। ਬਟ ਆਪਣੇ ਦਿਮਾਗ 'ਚ ਕੁਐਸਚਨ ਆ ਰਿਹਾ ਹੋਵੇਗਾ, ਆਪਣੀ ਇੰਡੀਆ ਦਾ ਆਜ਼ਾਦ ਹੈ ਤਾਂ ਆਪਣੇ ਉੱਪਰ ਰਾਜ ਕੌਣ ਕਰ ਰਿਹਾ ਹੈ। ਦੇਖੋ ਆਪਾਂ ਖੁਦ ਆਜ਼ਾਦ ਹਾਂ, ਜਿਵੇਂ ਆਪਣੇ ਘਰ ਨੂੰ ਮੈਨੇਜ ਕਰਨ ਵਾਸਤੇ, ਆਪਣੇ ਘਰ ਨੂੰ ਚਲਾਉਣ ਵਾਸਤੇ ਕੋਈ ਨਾ ਕੋਈ ਪਰਸਨ ਹੁੰਦਾ ਹੈ ਜਿਹੜਾ ਆਪਾਂ ਨੂੰ ਰੂਲਸ ਐਂਡ ਰੈਗੂਲੇਸ਼ਨ ਸਿਖਾਉਂਦਾ ਹੈ, ਰਹਿਣ ਦਾ ਡਿਸਿਪਲਿਨ ਸਿਖਾਉਂਦਾ ਹੈ। ਉੱਦਾਂ ਹੀ ਆਪਣੀ ਇੰਡੀਆ ਕੰਟਰੀ ਦੇ ਵਿੱਚ ਇੱਕ ਐਜੀ ਚੀਜ਼ ਹੈ, ਇੱਕ ਐਜੀ ਬੋਡੀ ਹੈ ਜਿਹੜੀ ਕਿ ਸਾਰੀ ਦੀ ਸਾਰੀ ਰਾਜ ਕਰ ਰਹੀ ਹੈ ਆਪਣੇ ਉੱਪਰ। ਆਪਾਂ ਕਹਿ ਸਕਦੇ ਹਾਂ ਉਹ ਰਾਜ ਨੂੰ ਚਲਾਉਣ ਵਾਸਤੇ ਜੋ ਪੋਲਿਸੀਜ਼ ਬਣਾ ਰਹੀ ਹੈ ਉਹਨੂੰ ਆਪਾਂ ਕੀ ਕਵਾਂਗੇ, ਪੋਲਿਟਿਕਸ। ਐਕਚੁਅਲ ਦੇ ਵਿੱਚ ਰਾਜ ਕੌਣ ਕਰ ਰਿਹਾ ਹੈ, ਪੋਲਿਸੀਜ਼ ਬਣਾ ਕੌਣ ਰਿਹਾ ਹੈ, ਤਾਂ ਉਹ ਆਪਣੇ ਕੋਲ ਕੌਣ ਹੈ, ਉਹ ਆਪਣੇ ਕੋਲ ਹੈ ਗਵਰਨਮੈਂਟ। ਗਵਰਨਮੈਂਟ ਬੋਲੇ ਤਾਂ ਸਰਕਾਰ। ਦੇਖੋ ਸਰਕਾਰ ਵੀ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ। ਆਪਾਂ ਅਗਰ ਗੱਲ ਕਰੀਏ ਪੂਰੇ ਇੰਡੀਆ ਦਾ ਸਟਰਕਚਰ ਦੇਖੀਏ, ਇੰਡੀਆ ਦੇ ਵਿੱਚ ਕਾਫੀ ਅੱਛਾ ਸਟਰਕਚਰ ਬਣਿਆ ਹੋਇਆ ਹੈ। ਆਪਣੇ ਹਾਇਰਾਰਕੀਜ਼ ਕਾਫੀ ਲੈਵਲ ਤੱਕ ਚੱਲਦੀਆਂ ਨੇ। 3 ਲੈਵਲਸ ਮੋਸਟਲੀ ਤੁਹਾਨੂੰ ਹਰ ਚੀਜ਼ ਦੇ ਵਿੱਚ ਵੇਖਣ ਨੂੰ ਮਿਲਣਗੇ। ਆਪਣੀ ਗਵਰਨਮੈਂਟ ਦੀ ਐਗਜ਼ਾਮਪਲ ਲੈਣਾ ਮੈਂ ਸਭ ਤੋਂ ਪਹਿਲਾਂ, ਜਿਵੇਂ ਆਪਾਂ ਇੱਕ ਛੋਟੇ ਸ਼ਹਿਰ ਜਾਂ ਪਿੰਡ ਦੇ ਵਿੱਚ ਰਹਿ ਰਹੇ ਹਾਂ, ਤਾਂ ਸ਼ਹਿਰ ਜਾਂ ਪਿੰਡ ਦੇ ਵਿੱਚ, ਪਿੰਡਾਂ ਦੇ ਵਿੱਚ ਪੰਚਾਇਤ ਸਿਸਟਮ ਚੱਲਦਾ ਹੈ, ਸ਼ਹਿਰਾਂ ਦੇ ਵਿੱਚ ਮਿਊਨਿਸਪੈਲਿਟੀ ਸਿਸਟਮ ਚੱਲਦਾ ਹੈ। ਤਾਂ ਉਹ ਸ਼ਹਿਰਾਂ ਦੇ ਵਿੱਚ ਮਿਊਨਿਸਪੈਲਿਟੀ ਤੇ ਪਿੰਡਾਂ ਦੇ ਵਿੱਚ ਪੰਚਾਇਤ ਸਿਸਟਮ ਜਿਹੜਾ ਚੱਲ ਰਿਹਾ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਉਹ ਆਪਣੀ ਕੀ ਹੈ, ਲੋਕਲ ਗਵਰਨਮੈਂਟ। ਉਹ ਆਪਣੀ ਸਭ ਤੋਂ ਪਹਿਲਾਂ ਹੈਗੀ ਹੈ ਲੋਕਲ ਗਵਰਨਮੈਂਟ, ਜਿਹੜਾ ਕਿ ਸਭ ਤੋਂ ਛੋਟਾ ਪਾਰਟ ਹੈ ਲੋਕਲ ਗਵਰਨਮੈਂਟ। ਸੈਕਿੰਡ ਨੰਬਰ ਤੇ ਅਗਰ ਆਪਾਂ ਆਈਏ ਲੋਕਲ ਗਵਰਨਮੈਂਟ ਤੋਂ ਉੱਪਰ ਚਲੀਏ, ਆਪਣੇ ਕੋਲ ਇੱਕ ਲੈਵਲ ਆਉਂਦਾ ਸਟੇਟ ਗਵਰਨਮੈਂਟ ਦਾ। ਤਾਂ ਸਟੇਟ ਲੈਵਲ ਤੁਸੀਂ ਸਭ ਨੇ ਸੁਣਿਆ ਹੋਣਾ, ਸੀਐਮ ਹੈ, ਗਵਰਨਰ ਹੈ, ਐਮਐਲਏ ਹੈਗੇ ਨੇ ਜਾਂ ਐਮਐਲਸੀ, ਵਿਧਾਨ ਸਭਾ ਜਾਂ ਵਿਧਾਨ ਪਰਿਸ਼ਦ ਦੇ ਮੈਂਬਰਸ ਆਪਾਂ ਗੱਲ ਕਰ ਲਈਏ, ਤਾਂ ਉਹ ਸਾਰੇ ਦੇ ਸਾਰੇ ਕਿੱਥੇ ਆਉਂਦੇ ਆ, ਸੈਕਿੰਡ ਲੈਵਲ ਤੇ। ਉਹ ਸੈਕਿੰਡ ਲੈਵਲ ਆਪਣੇ ਕੋਲ ਕੀ ਹੈ, ਸਟੇਟ ਗਵਰਨਮੈਂਟ। ਹੁਣ ਸਟੇਟ ਗਵਰਨਮੈਂਟ ਤੋਂ ਉੱਪਰ ਜਾਈਏ ਆਪਾਂ ਤਾਂ ਸਟੇਟ ਗਵਰਨਮੈਂਟ ਤੋਂ ਬਾਅਦ ਵੀ ਇੱਕ ਲੈਵਲ ਆਉਂਦਾ ਹੈ। ਉਹ ਲੈਵਲ ਕਿਹੜਾ ਹੈਗਾ, ਉਹ ਹੈਗਾ ਆਪਣੀ ਕੇਂਦਰ ਸਰਕਾਰ। ਲੋਕ ਸਭਾ, ਰਾਜ ਸਭਾ, ਪੀਐਮ ਜਾਂ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੁਸੀਂ ਸਭ ਨੇ ਸੁਣੇ ਹੋਣੇ ਹੈ। ਤਾਂ ਕੇਂਦਰ ਸਰਕਾਰ ਆਪਣੇ ਕੋਲ ਸਭ ਤੋਂ ਉੱਪਰ ਹੈ। ਉਹਦੇ ਤੋਂ ਨੀਚੇ ਕਿਹੜੀ ਹੈ, ਸਟੇਟ ਗਵਰਨਮੈਂਟ, ਰਾਜ ਸਰਕਾਰ। ਉਹਦੇ ਤੋਂ ਨੀਚੇ ਕੀ ਹੈ, ਲੋਕਲ ਗਵਰਨਮੈਂਟ। ਤਾਂ ਤੀਸਰਾ ਆਪਣੇ ਕੋਲ ਪਾਰਟ ਕਿਹੜਾ ਬਣਦਾ ਹੈ, ਉਹ ਪਾਰਟ ਬਣਦਾ ਹੈ ਸੈਂਟਰਲ ਗਵਰਨਮੈਂਟ। ਦੇਖੋ ਤਿੰਨਾਂ ਨੂੰ ਆਪਦੇ ਏਰੀਆਜ਼ ਵੰਡੇ ਹੋਏ ਆ ਵੀ ਜਿੱਥੇ ਜਿੱਥੇ ਇਹਨਾਂ ਨੇ ਕੰਮ ਕਰਨਾ ਹੈ। ਤੁਸੀਂ ਆਪਨੇ ਸੁਣਿਆ ਹੋਣਾ ਇੰਡੀਆ ਵਿੱਚ ਡੀਸੈਂਟਰਲਾਈਜੇਸ਼ਨ ਸਿਸਟਮ ਚੱਲਦਾ ਹੈ, ਵਿਕੇਂਦਰੀਕਰਨ, ਮਤਲਬ ਪਾਵਰਸ ਨੂੰ ਅਲੱਗ-ਅਲੱਗ ਜਗ੍ਹਾ ਤੇ ਵੰਡਿਆ ਹੋਇਆ ਹੈ ਵੀ ਆਪਦੀ ਮਰਜ਼ੀ ਨਾਲ ਆਪਣਾ ਕੰਮ ਬਹੁਤ ਅੱਛੇ ਤਰੀਕੇ ਨਾਲ ਉਹ ਕਰ ਸਕਦੇ ਹੈ ਤਾਂ ਕਿ ਛੋਟੇ ਤੋਂ ਛੋਟਾ ਲੈਵਲ ਵੀ ਵਧੀਆ ਤਰੀਕੇ ਨਾਲ ਕਵਰ ਹੁੰਦਾ ਰਹੇ। ਤਾਂ ਆਹ 3 ਤਰ੍ਹਾਂ ਦੀ ਗਵਰਨਮੈਂਟ ਹੈ। ਹੁਣ ਆਹ 3 ਤਰ੍ਹਾਂ ਦੀ ਗਵਰਨਮੈਂਟ ਆਪਣੇ ਇੰਡੀਆ ਦੇ ਵਿੱਚ ਐਟ ਪ੍ਰੈਜ਼ੈਂਟ ਕੰਮ ਕਰ ਰਹੀ ਹੈ, ਲੇਕਿਨ ਆਹ 3 ਤਰ੍ਹਾਂ ਦੀ ਗਵਰਨਮੈਂਟ ਬਾਰੇ ਦੱਸਿਆ ਕਿਹਨੇ ਹੈ, ਕਿਹਨੇ ਕਿਹਾ ਵੀ ਐਦਾਂ ਆਪਣੇ ਸਟਰਕਚਰ ਚੱਲੇਗਾ। एक गवर्नमेंट ਨੂੰ ਆ ਵਾਲਾ ਹਿੱਸਾ ਦਿੱਤਾ ਜਾਏਗਾ, ਲੋਕਲ ਨੂੰ ਪੰਚਾਇਤੀ ਮਿਊਨਿਸਪੈਲਿਟੀ ਦਿੱਤਾ ਜਾਏਗਾ, ਸਟੇਟ ਗਵਰਨਮੈਂਟ ਨੂੰ ਸਟੇਟ ਦਿੱਤੀ ਜਾਏਗੀ, ਸੈਂਟਰ ਨੂੰ ਪ੍ਰੋਪਰ ਇੰਡੀਆ ਦੇ ਵਿੱਚ ਕਾਫੀ ਸਾਰੀਆਂ ਪਾਵਰਸ ਦਿੱਤੀਆਂ ਗਈਆਂ ਜਿਵੇਂ। ਤਾਂ ਇਹ ਕਿਹਨੇ ਡਿਫਾਈਨ ਕਰਿਆ, ਤਾਂ ਉਹ ਡਿਫਾਈਨ ਕੀਤਾ ਮੋਸਟ ਇੰਪੋਰਟੈਂਟ ਚੀਜ਼ ਆਪਣੀ, ਆਪਾਂ ਇੱਕ ਵਰਡ ਸਭ ਨੇ ਸੁਣਿਆ ਹੋਣਾ ਆਪਣਾ ਸੰਵਿਧਾਨ, ਜਿਹਨੂੰ ਆਪਾਂ ਬੋਲਦੇ ਹਾਂ ਆਪਣਾ ਕਨਸਟੀਟਿਊਸ਼ਨ। ਤਾਂ ਕਨਸਟੀਟਿਊਸ਼ਨ ਵੱਲੋਂ ਡਾਇਰੈਕਸ਼ਨਸ ਮਿਲੀਆਂ ਨੇ ਆਪਣੇ ਇੰਡੀਆ ਦੇ ਵਿੱਚ ਆਹ ਸਟਰਕਚਰ ਫੋਲੋ ਹੋਏਗਾ, ਆਹ ਸਟਰਕਚਰ ਦੇ ਅਕੋਰਡਿੰਗ ਆਪਣੀ ਸਰਕਾਰ ਚੱਲੇਗੀ ਤੇ ਉਹ ਸਰਕਾਰ ਕੀ ਕਰੇਗੀ, ਕੁਝ ਪੋਲਿਸੀਜ਼ ਬਣਾਏਗੀ। ਉਹ ਪੋਲਿਸੀਜ਼ ਨੂੰ ਆਪਾਂ ਕੀ ਕਹਿ ਦਿੰਦੇ ਆ, ਪੋਲਿਟਿਕਸ। ਤਾਂ ਆਹ ਮੀਨਿੰਗ ਸੀ ਐਕਚੁਅਲੀ ਕਿੰਦਾ, ਪੋਲਿਟਿਕਸ ਦਾ। ਹੁਣ ਦੇਖੋ ਕਨਸਟੀਟਿਊਸ਼ਨ ਕੀ ਹੈ, ਕਨਸਟੀਟਿਊਸ਼ਨ ਦੇ ਉੱਪਰ ਅਗਰ ਆਪਾਂ ਆਈਏ ਤਾਂ ਕਨਸਟੀਟਿਊਸ਼ਨ ਇੱਕ ਬੁੱਕ ਹੈ, ਸੇਮ ਚੀਜ਼ ਹੁਣੇ ਮੈਂ ਦੱਸੀ। ਕਨਸਟੀਟਿਊਸ਼ਨ ਬੁੱਕ ਹੈ ਜਿੰਦੇ ਵਿੱਚ ਸਾਰੇ ਰੂਲਸ ਐਂਡ ਰੈਗੂਲੇਸ਼ਨ ਮੈਂਸ਼ਨ ਕਰੇ ਗਏ ਹੈ, ਜਿੰਦੇ ਕਰਕੇ ਇੱਕ ਜਿਹੜੀ ਸਰਕਾਰ ਹੈ ਜਾਂ ਆਪਾਂ ਕਹੀਏ ਇੱਕ ਬੋਡੀ ਆਪਣੇ ਇੰਡੀਆ ਦੇ ਵਿੱਚ ਉਹ ਪੂਰੇ ਦੇ ਪੂਰੀ ਕੰਟਰੀ ਨੂੰ ਗਵਰਨ ਕਰੇਗੀ। ਤਾਂ ਇੱਕ ਕੰਟਰੀ ਨੂੰ ਕਿੱਦਾਂ ਗਵਰਨ ਕੀਤਾ ਜਾਏਗਾ ਉਹ ਕਿੱਥੇ ਮੈਂਸ਼ਨ ਹੈਗਾ, ਉਹ ਕੌਣ ਦੱਸ ਰਿਹਾ ਆਪਾਂ ਨੂੰ, ਉਹ ਦੱਸ ਰਿਹਾ ਕਨਸਟੀਟਿਊਸ਼ਨ। ਹੁਣ ਦੇਖੋ ਅਗਰ ਕਨਸਟੀਟਿਊਸ਼ਨ ਇੱਕ ਬੁੱਕ ਹੈ, ਜਿਵੇਂ ਆਪਾਂ ਆਪਦੀ ਗੱਲ ਕਰੀਏ ਤਾਂ ਟਾਈਮ ਟੂ ਟਾਈਮ ਆਪਣੀ ਲਾਈਫ ਦੇ ਵਿੱਚ ਕਾਫੀ ਸਾਰੀ ਚੇਂਜਸ ਆਉਂਦੀਆਂ ਨੇ। ਆਪਣੀ ਏਜ ਦੇਖ ਲਓ, ਆਪਣੇ ਰੂਟੀਨ ਦੇਖ ਲਓ, ਆਪਣੇ ਸਟਾਈਲ ਦੇ ਵਿੱਚ ਦੇਖ ਲਓ, ਜਿਵੇਂ ਜਿਵੇਂ ਆਪਾਂ ਨੂੰ ਅੱਛਾ ਲੱਗਦਾ ਹੈ, ਜਿਵੇਂ ਜਿਵੇਂ ਆਪਾਂ ਨੂੰ ਫੇਵਰੇਬਲ ਲੱਗਦਾ ਹੈ ਤਾਂ ਆਪਾਂ ਚੇਂਜਸ ਕਰਦੇ ਰਹਿੰਦੇ ਹਾਂ।
ਤਾਂ ਕਨਸਟੀਟਿਊਸ਼ਨ ਵੀ ਆਪਾਂ ਕਹਿ ਦਈਏ ਅਪਰੋਕਸੀਮੇਟ ਅੱਜ ਤੋਂ 70 ਸਾਲ ਪਹਿਲਾਂ ਦਾ ਬਣਿਆ ਹੋਇਆ 1946 ਵਿੱਚ ਬਣਨਾ ਸਟਾਰਟ ਹੋਇਆ ਸੀ 1949 ਦੇ ਵਿੱਚ ਕੰਪਲੀਟ ਹੋ ਗਿਆ 1950 ਵਿੱਚ ਲਾਗੂ ਹੋਇਆ 1950 ਤੋਂ ਬਾਅਦ ਹੁਣ 70 ਸਾਲ ਹੋ ਚੁੱਕਿਆ ਹੈ ਤਾਂ 70 ਸਾਲ ਦੇ ਵਿੱਚ ਕਾਫੀ ਟ੍ਰੈਂਡ ਚੇਂਜ ਆਏ ਹੋਣੇ ਆ ਜਾਂ ਫਿਰ ਆਪਾਂ ਕਹਿ ਦਈਏ ਕਾਫੀ ਗਵਰਨਮੈਂਟ ਆਈਆਂ ਹੋਣੀਆਂ ਨੇ ਜਿਨ੍ਹਾਂ ਨੇ ਆਪਦੀ ਪਾਲਿਸੀਜ਼ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀ ਹੋਏਗੀ ਤਾਂ ਉਹ ਜਿਹੜੀਆਂ ਪਾਲਿਸੀਜ਼ ਚੇਂਜ ਕਰੀਆਂ ਉਹਨਾਂ ਨੇ ਆਦੇ ਟਾਈਮ ਤੇ ਇਹਦਾ ਮਤਲਬ ਜਿੰਨਾ ਕੁਝ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਉਹਨਾਂ ਨੇ ਚੇਂਜ ਉਹਨੂੰ ਵੀ ਕਰਿਆ ਹੋਣਾ ਹੈ ਤਾਂ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਚੇਂਜ ਕਰ ਸਕਦੇ ਹਾਂ ਜਿਹੜੀ ਗਵਰਨਮੈਂਟ ਹੈ ਉਹ ਚੇਂਜ ਕਰ ਸਕਦੀ ਹੈ ਜਾਂ ਨਹੀਂ ਤਾਂ ਕਨਸਟੀਟਿਊਸ਼ਨ ਨੂੰ ਆਪਾਂ ਚੇਂਜ ਕਰ ਸਕਦੇ ਹਾਂ ਨੋ ਡਾਊਟ ਤਾਂ ਕਨਸਟੀਟਿਊਸ਼ਨ ਨੂੰ ਆਪਾਂ ਅਗਰ ਚੇਂਜ ਕਰਦੇ ਹਾਂ ਤਾਂ ਆਪਾਂ ਉਹਦੇ ਵਾਸਤੇ ਚੇਂਜ ਵਰਡ ਮੈਂਸ਼ਨ ਨਹੀਂ ਕਰਦੇ ਤਾਂ ਉਹਦੇ ਵਾਸਤੇ ਵਰਡ ਮੈਂਸ਼ਨ ਕਰਨੇ ਆ ਆਪਾਂ ਕੀ ਅਮੈਂਡਮੈਂਟ ਅਮੈਂਡਮੈਂਟ ਨੂੰ ਆਪਾਂ ਹਿੰਦੀ ਦੇ ਵਿੱਚ ਲਿਖਦੇ ਹਾਂ ਸੰਸ਼ੋਧਨ देखो कॉन्स्टिट्यूशन ਦੇ ਵਿੱਚ टोटल अमेंडमेंट्स अगर आप गल करिए अज तक मतलब पिछले 70 साल तो लाके अज तक हुण तक टोटल 104 अमेंडमेंट्स हो चुकी हैं 104 अमेंडमेंट्स टोटल हो चुकी ने तो 104 अमेंडमेंट्स ਦੇ ਵਿੱਚ कॉन्स्टिट्यूशन ਦੇ ਵਿੱਚ अज तक बहुत ज़्यादा चेंजिस आ चुकी ने बहुत ज़्यादा चेंजिस का मतलब ये है भी जो कुछ स्टार्टिंग तो सी अज तो 70 साल पहला उनके ਵਿੱਚ काफ़ी सारिया चेंजिस हो चुकी हैं तो एक्चुअल ਦੇ ਵਿੱਚ ਇਹ अमेंडमेंट ये चेंज करता कौन है देखो आप हुणे गल करी अपने को कुछ लैवल की सरकारां ने गवर्नमेंट्स ने तो तीनों गवर्नमेंट्स को आप पावर नहीं दी हुई कॉन्स्टिट्यूशन ने एक्चुअली खुद पावर दी हुई है गल करिए तो देखो आप ये भी सुनिया होना जो कॉन्स्टिट्यूशन है अलग अलग कंट्रीज़ तो आप अडोप्ट करके कुछ ना कुछ एड ऑन करे जी कंट्री तो आपको जो चीज़ अच्छी लगी आप वो ऐड करते गए है ना तो कॉन्स्टिट्यूशन एक प्रोविजन ऐड है वो हैगी है अमेंडमेंट की तो वह प्रोविजन आप किहड़ी कंट्री तो अडोप्ट की है वो करी है साउथ अफ्रीका तो आप करांगे अगे डिस्कस करांगे किहड़ी कंट्री तो की चीज़ां लईआं होईआं ने तो अमेंडमेंट वाला फंडा जिहड़ा हैगा वो किहड़ी गवर्नमेंट नूं आपां प्रोवाइड किया होया तीनों गवर्नमेंट्स दे विचों अगर गल करिए तो तीनों गवर्नमेंट्स दे विचों जिहड़ी सेंट्रल गवर्नमेंट है सेंट्रल गवर्नमेंट दे विच एक आपां टर्म पढ़दे हां दैट इज पार्लीमेंट तो जिहड़ी पार्लीमेंट हैगी आ पार्लीमेंट की हुंदी है पार्लीमेंट जिहनूं आपां बोलदे हां संसद तो पार्लीमेंट की कर सकती है चेंज कर सकती है दैट मीनस अगर कॉन्स्टिट्यूशन दे विच तुसीं कुछ भी किदां दा भी चेंज लैके आना है तो वह लोकल गवर्नमेंट ते स्टेट गवर्नमेंट के हत्थ विच नहीं है वो किंदे हत्थ विच हैगा वो हैगा सेंट्रल गवर्नमेंट केंद्र सरकार दे हत्थ विच हुण केंद्र सरकार दे विच एक बॉडी है दैट इज पार्लीमेंट हुण पार्लीमेंट ही चेंज करती है आप पार्लीमेंट भी पढ़ते हैं की हुंदी एक्चुअली पार्लीमेंट दे विच सीधा सीधा बेसिक क्वेश्चन पार्लीमेंट के उपर बनता है भी पार्लीमेंट एक्चुअल दे विच की हैगी है ते पार्लीमेंट दे विच की आंदा है तो आप वो देखते हैं पार्लीमेंट किद्दां चेंज करती है तो इहदे तो बाद अगर चलीए आप अमेंडमेंट के उपर कुछ देख लैंदे हां आपां नूं जिवें पता है जिहड़ी पार्लीमेंट है तो वह पार्लीमेंट की कर सकती है अमेंडमेंट कर सकती है तो हुण अपने कोल इंपोर्टेंट चीज़ ये है अपने कोल ये देखने वाला है जिहड़ी पार्लीमेंट है वो एक्चुअली हैगी की है तो चाहे बेसिक तो बेसिक लैवल का एग्जाम है चाहे वधिया तो वधिया लैवल का एग्जाम है तो एक क्वेश्चन बेसिक कितनी बार ही आया होया भी पार्लीमेंट किनों मिला के बनी है तो पार्लीमेंट दे विच की है आप ये पार्लीमेंट नाम तो ही क्लैरिफिकेशन हो जाएगी आपां नूं तो सब तो पहला हैगा पी तो अपने कोल की हैगा पी तो अपने कोल हैगा प्रेजिडेंट सैकेंड अपने कोल हैगा आर तो अपने कोल की हैगा दैट इज राज्य सभा फिर थर्ड हैगा एल तो अपने कोल की हैगा लोक सभा तो एक्चुअली अगर पार्लीमेंट की गल करिए तो पार्लीमेंट तीन चीज़ों को मिला के बनी हुई है लोक सभा राज्य सभा ते प्रेजिडेंट दैट मीनस आप अगर गल करना चाहिए जिवें आप कह रहे सी जिहड़ी अमेंडमेंट है वो कौन करता है पार्लीमेंट तो पार्लीमेंट एक्चुअली किनू मिला के बनी हुई है आ तीन चीज़ों तो इहदा मतलब अगर गल करिए तो अपनी जिहड़ी अमेंडमेंट है वो किंदे द्वारा की जाती है आ तीन चीज़ों द्वारा की जाती है लोक सभा राज्य सभा ते प्रेजिडेंट हुण अमेंडमेंट एक करदे किवें ने प्रोसैस की है एक हल्का जा बेसिक प्रोसैस तुहानूं मैं दसूंगा जिहड़ा अपना लोक सभा राज्य सभा ते प्रेजिडेंट है एवें नहीं है भी आपकी मर्जी नाल जदों मर्जी चेंज कर देन तो लोक सभा राज्य सभा ते प्रेजिडेंट एक चीज़ पास करते हैं दैट इज बिल हुण तुसीं कहोगे ये बिल की हुंदा है तो बिल कोई ऐसी चीज़ नहीं है भी आप रात ढाबे ते गए सी या ठेके ते गए सी जिहड़ा बिल में होया उत्थे बिल बनया दैट इज बिल तो बिल अपने कोल इत्थे की हैगा बिल हैगा एक डॉक्यूमेंट किवें हुणे देखदे हां देखो आपां नूं पता है जिहड़ा अपने कोल आ वाला पोर्शन है ना लोक सभा राज्य सभा वाला तो लोक सभा चाहे राज्य सभा ये दोनों दे विच जिहड़े परसन बैठे हुंदे आ ना वो परसन नूं आपां की कहने आ उन्हां नूं बोलदे आ एमपी बोले तो मैंबर ऑफ पार्लीमेंट अगर कोई परसन मैंबर ऑफ पार्लीमेंट ये चाहता है भी अपने इंडिया दे विच चेंज आए तो चेंज किवें आएगा उन्होंने एक की पेश करना पेगा एक डॉक्यूमेंट और डॉक्यूमेंट पेश करेगा डॉक्यूमेंट के उपर लिखा होएगा वो की चेंज करना चाहता है
ਤਾਂ ਉਹੀ ਆਪਾਂ ਡਾਕੂਮੈਂਟ ਨੂੰ ਕੀ ਕਹਿ ਦਾਂਗੇ, ਉਹਨੂੰ ਕਹਿ ਦਾਂਗੇ ਇੱਕ ਬਿੱਲ। ਤੇ ਉਹ ਬਿੱਲ ਲੋਕ ਸਭਾ ਵੱਲੋਂ ਜਾਂ ਰਾਜ ਸਭਾ ਵੱਲੋਂ ਦੋਨਾਂ ਵੱਲੋਂ ਪਾਸ ਹੋਏਗਾ। ਜਦੋਂ ਪਾਸ ਹੋ ਜਾਏਗਾ ਉਹ ਕਿੰਦੇ ਕੋਲ ਜਾਏਗਾ, ਆਪਣੇ ਰਾਸ਼ਟਰਪਤੀ ਕੋਲ, ਪ੍ਰੈਜ਼ੀਡੈਂਟ ਕੋਲ। ਤਾਂ ਫਾਈਨਲੀ ਜਦੋਂ ਪ੍ਰੈਜ਼ੀਡੈਂਟ ਉਹਨੂੰ ਐਸੈਂਟ ਦੇ ਦੇਗਾ, ਐਸੈਂਟ बोले तो मंजूरी दे देगा, मंजूरी बोले तो साइन कर देगा। जदों आ तिन्ना दे साइन हो जाएंगे ओही बिल कादा रूप ले लेगा, वो बिल की बन जाएगा, एक्ट बन जाएगा। मतलब की है, अधिनियम बन जाएगा। फॉर एग्जाम्पल इन शॉर्ट अगर मैं दसा सुनी है एग्जाम्पल की सुनी होनी है, रीसेंट एक चीज आई सी दैट इज कैब। करंट अफेयर दे विच भी इंपोर्टेंट है तो वैसे भी इंपोर्टेंट है कैब। ਤੇ ਕੈਬ ਤੇ ਦੂਸਰੀ ਚੀਜ਼ ਹੈਗੀ ਹੈ CAA। ਦੇਖੋ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਹੈ CAB ਬੋਲੇ ਤਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ। ਪਹਿਲਾਂ ਉਹ ਬਿੱਲ ਹੈਗਾ ਸੀ, ਲੇਕਿਨ ਜਦੋਂ ਉਹ ਪਾਸ ਹੋ ਗਿਆ ਉਹ ਕੀ ਬਣ ਗਿਆ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ। ਤਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਬਾਅਦ ਕੀ ਬਣ ਗਿਆ, ਐਕਟ ਬਣ ਗਿਆ। ਮਤਲਬ ਕੀ ਹੈ, ਜਦੋਂ ਬਿੱਲ ਪਾਸ ਹੋ ਜਾਂਦਾ ਤਿੰਨਾਂ ਵੱਲੋਂ ਉਹ ਬਾਅਦ ਵਿੱਚ ਕਾਹਦਾ ਰੂਪ ਲੈ ਲੈਂਦਾ, ਐਕਟ ਦਾ। ਤਾਂ ਇਹਨੂੰ ਹੀ ਆਪਾਂ ਕੀ ਕਹਿੰਦੇ ਆ ਵੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕੀ ਹੋਗੀ, ਅਮੈਂਡਮੈਂਟ। ਦੇਖੋ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਹੋਈ ਆ, ਜਿਹੜੇ ਪੁਰਾਣੇ ਕਾਨੂੰਨ ਬਣੇ ਹੋਏ ਆ, ਲੋ ਬਣੇ ਹੋਏ ਆ, ਉਹਨਾਂ ਨੂੰ ਵੀ ਚੇਂਜ ਕੀਤਾ ਜਾ ਸਕਦਾ ਹੈ। ਤਾਂ ਉਹਨਾਂ ਦੇ ਵਿੱਚ ਅਮੈਂਡਮੈਂਟ ਹੋਈ, ਗੱਲ ਇੱਕ ਹੀ ਹੈ। ਤਾਂ ਆਪਣੇ ਕੋਲ ਆ ਸਟਰਕਚਰ ਰਹਿੰਦਾ ਵੀ ਪਾਰਲੀਮੈਂਟ ਇਹਨਾਂ ਦੇ ਵਿੱਚ ਚੇਂਜਿਸ ਕਰਦੀ ਹੈ। ਪਾਰਲੀਮੈਂਟ ਬੋਲੇ ਤਾਂ ਆ ਤਿੰਨੋਂ ਚੀਜ਼ਾਂ ਮਿਲ ਕੇ ਬਣਦੀ ਹੈ। ਇਹ ਬਿੱਲ ਪਾਸ ਕਰਦੀ ਹੈ, ਬਿੱਲ ਕੀ ਬਣ ਜਾਂਦਾ, ਐਕਟ ਬਣ ਜਾਂਦਾ। ਫਾਈਨਲੀ ਕੀ ਹੋ ਜਾਂਦੀ ਹੈ, ਅਮੈਂਡਮੈਂਟ ਹੋ ਜਾਂਦੀ ਹੈ। ਇਹ ਤੁਹਾਡੇ ਕੋਲ ਛੋਟਾ ਜਿਹਾ ਸਟਰਕਚਰ ਸੀ। ਇੱਕ ਹੁਣ ਆਪਾਂ ਲਾਸਟ ਜਿਹੜੇ ਰੀਸੈਂਟ ਅਮੈਂਡਮੈਂਟਸ, ਅਗਰ ਟੋਟਲ ਅਮੈਂਡਮੈਂਟਸ ਦੀ ਗੱਲ ਕਰੀਏ ਤਾਂ ਜੀ ਟੋਟਲ ਅਮੈਂਡਮੈਂਟਸ ਆਪਣੇ ਕੋਲ ਕਿੰਨੀਆਂ ਹੋ ਚੁੱਕੀਆਂ, ਟੋਟਲ ਅਮੈਂਡਮੈਂਟਸ ਹੁਣ ਤੱਕ ਹੋ ਚੁੱਕੀਆਂ ਨੇ 104। ਤਾਂ 104 ਅਮੈਂਡਮੈਂਟਸ ਹੋ ਚੁੱਕੀਆਂ ਹੈ। ਤਾਂ ਜਿਹੜੀਆਂ ਰੀਸੈਂਟ ਅਮੈਂਡਮੈਂਟ ਹੁਣੇ ਹੋਈਆਂ ਸੀ, ਮਤਲਬ ਤਾਂ 104 103 102 101 ਤਾਂ ਆ ਰੀਸੈਂਟ ਅਮੈਂਡਮੈਂਟਸ ਜਿਹੜੀਆਂ ਹੋਈਆਂ ਨੇ। ਤਾਂ ਰੀਸੈਂਟ ਅਮੈਂਡਮੈਂਟ ਦੇ ਵਿੱਚ ਅਗਰ ਆਪਾਂ ਆਈਏ ਤਾਂ ਜਿਹੜੀ 104 ਨੰਬਰ ਅਮੈਂਡਮੈਂਟ ਹੈ ਕਦੋਂ ਹੋਈ ਸੀ, 2019 ਦੇ ਵਿੱਚ ਹੁਣੇ ਹੋਈ ਹੈ। 103 ਅਮੈਂਡਮੈਂਟ ਹੋਈ 2018 ਦੇ ਵਿੱਚ, 102 ਵੀ ਹੋਈ 2018 ਦੇ ਵਿੱਚ, 101 ਵੀ ਹੋਈ 2016 ਦੇ ਵਿੱਚ। ਮਤਲਬ 2017 ਦੇ ਵਿੱਚ ਕਿੱਦਾਂ ਦੀ ਵੀ ਕੋਈ ਵੀ ਚੇਂਜ ਨਹੀਂ ਆਇਆ ਆਪਣੇ ਕਨਸਟੀਟਿਊਸ਼ਨ ਦੇ ਵਿੱਚ। ਤਾਂ ਇਹਨਾਂ ਦੇ ਵਿੱਚ ਦੇਖੀਏ ਰੀਸੈਂਟ ਚੇਂਜਸ ਆਈਆਂ ਕੀ ਨੇ। ਤੁਸੀਂ ਇਹ ਸੁਣਿਆ ਹੋਣਾ ਹੈ, ਲੋਕ ਸਭਾ ਦੇ ਵਿੱਚ 2 ਪਰਸਨ ਐਂਗਲੋ ਇੰਡੀਅਨਸ ਨੋਮੀਨੇਟ ਕੀਤੇ ਜਾਂਦੇ ਸੀ। ਕਿਹਦੇ ਦੁਆਰਾ, ਰਾਸ਼ਟਰਪਤੀ ਦੁਆਰਾ। ਤਾਂ ਉਹ ਵਾਲੇ ਐਂਗਲੋ ਇੰਡੀਅਨਸ ਜਿਹੜੇ ਕਿ 2 ਲੋਕ ਸਭਾ ਦੇ ਵਿੱਚ ਭੇਜੇ ਜਾਂਦੇ ਸੀ, ਉਹ ਅੱਜ ਤੋਂ ਬਾਅਦ, ਹੁਣ ਤੋਂ ਬਾਅਦ ਨਹੀਂ ਰਹਿਣਗੇ। ਅੱਜ ਤੋਂ ਬਾਅਦ ਤਾਂ ਕੀ 2019 ਦੇ ਦਸੰਬਰ ਦੇ ਵਿੱਚ ਹੀ ਉਹਨੂੰ ਆਪਾਂ ਕੀ ਕਰਤਾ, ਚੇਂਜ ਕਰਤਾ। ਤਾਂ 104 ਨੰਬਰ ਅਮੈਂਡਮੈਂਟ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੂੰ ਬਾਹਰ ਨਿਕਾਲਿਆ ਗਿਆ। ਦੂਸਰੀ ਚੀਜ਼ ਤੁਸੀਂ ਸੁਣੀ ਹੋਣੀ ਹੈ, SC ਤੇ ST ਦੀ ਰਿਜ਼ਰਵੇਸ਼ਨ। ਦੇਖੋ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਦੀ ਲੋਕ ਸਭਾ ਦੇ ਵਿੱਚ ਨਾ ਕੁਝ ਕੋਟਾ ਹੁੰਦਾ ਸੀ, ਰਾਜ ਸਭਾ ਦੇ ਵਿੱਚ ਰਿਜ਼ਰਵੇਸ਼ਨ ਐਕਚੁਅਲ ਦੇ ਵਿੱਚ ਹੈ ਹੀ ਨਹੀਂ। ਤਾਂ ਲੋਕ ਸਭਾ ਦੇ ਵਿੱਚ ਅਗਰ ਗੱਲ ਕਰੀਏ, SC ਦੀਆਂ 84 ਸੀਟਸ, ST ਦੀਆਂ 47 ਸੀਟਸ, ਇਹ ਨੰਬਰ ਆਫ ਸੀਟਸ ਰਹਿੰਦੀਆਂ ਸੀ। ਤਾਂ ਉਹ 2020 ਤੱਕ ਉਹਨਾਂ ਦਾ ਕੋਟਾ ਸੀ, ਜਿੰਦਾ ਟਾਈਮ ਪੀਰੀਅਡ ਵਧਾ ਦਿੱਤਾ ਗਿਆ। ਮਤਲਬ ਕੀ ਹੈ, ਹੁਣ ਅਗਰ ਮੈਂ ਸੈਕਿੰਡ ਚੀਜ਼ 104 ਨੰਬਰ ਅਮੈਂਡਮੈਂਟ ਦੇ ਵਿੱਚ ਗੱਲ ਕਰਾਂ ਤਾਂ SC ਤੇ ST ਦੀ ਰਿਜ਼ਰਵੇਸ਼ਨ ਕਿਹੜੀ ਜਗ੍ਹਾ ਤੇ, ਰਿਜ਼ਰਵੇਸ਼ਨ ਇਨ ਲੋਕ ਸਭਾ। ਤਾਂ ਲੋਕ ਸਭਾ ਦੇ ਵਿੱਚ SC ਤੇ ST ਦੀ ਰਿਜ਼ਰਵੇਸ਼ਨ ਜਿਹੜਾ ਕੋਟਾ ਹੈਗਾ ਉਹ ਐਕਸਟੈਂਡ ਕਰ ਦਿੱਤਾ ਗਿਆ 10 ਇਅਰਸ ਮੋਰ। ਕਿੰਨੀ ਦੇਰ ਤੱਕ, 2030 ਤੱਕ। ਤਾਂ 2030 ਤੱਕ ਆਪਣੇ ਕੋਲ 10 ਸਾਲਾਂ ਤੱਕ ਹੋਰ ਐਕਸਟੈਂਡ ਹੋ ਗਿਆ 104 ਨੰਬਰ ਅਮੈਂਡਮੈਂਟ ਦੇ ਅੰਡਰ ਕੋਟਾ। ਦੈਟ ਮੀਨਸ ਇੱਕ ਤਾਂ ਐਂਗਲੋ ਇੰਡੀਅਨਸ ਗਏ, ਦੂਜਾ ਕੀ ਹੋ ਗਿਆ, 10 ਸਾਲ ਇਨਕਰੀਜ਼ ਕਰਤਾ SC ਤੇ ST ਦਾ ਰਿਜ਼ਰਵੇਸ਼ਨ। ਸੈਕਿੰਡ ਚੀਜ਼ ਆਪਾਂ ਦੇਖੀਏ ਤਾਂ 103 ਨੰਬਰ ਅਮੈਂਡਮੈਂਟ, 103 ਨੰਬਰ ਅਮੈਂਡਮੈਂਟ 2018 ਵਾਲੀ ਹੋਈ। ਇਹਦੇ ਵਿੱਚ ਕੀ ਹੋਇਆ ਸੀ, ਇਹਦੇ ਵਿੱਚ ਆਪਣੇ ਕੋਲ ਤੁਸੀਂ ਸੁਣਿਆ ਹੋਣਾ 10% ਰਿਜ਼ਰਵੇਸ਼ਨ ਦਿੱਤੀ। ਦੇਖੋ ਆਪਾਂ ਨੂੰ ਪਤਾ ਹੈ ਆਪਣੇ ਇੰਡੀਆ ਦੇ ਵਿੱਚ ਕੋਟਾ ਤਾਂ 100% ਸ਼ੋਰਟ ਹੈ, ਚੱਲਦਾ ਹੈ ਵੀ OBC SC ST ਨੇ ਉਹਨਾਂ ਨੂੰ ਰਿਜ਼ਰਵੇਸ਼ਨ ਮਿਲਦੀ ਹੈ। ਲੇਕਿਨ ਪਹਿਲੀ ਵਾਰ ਐਦਾਂ ਹੋਇਆ 103 ਨੰਬਰ ਅਮੈਂਡਮੈਂਟ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਹੈ ਨਾ ਉਹ ਇਕੋਨਮੀ ਲੈਵਲ ਤੇ ਦਿੱਤੀ ਗਈ ਹੈ। ਐਕਚੁਅਲੀ ਅਗਰ ਆਪਾਂ ਸਹੀ ਗੱਲ ਕਰੀਏ ਤਾਂ ਇਕੋਨਮੀ ਲੈਵਲ ਤੇ ਹੀ ਮਿਲਣੀ ਚਾਹੀਦੀ ਹੈ ਰਿਜ਼ਰਵੇਸ਼ਨ। ਮਤਲਬ ਜਿਹੜੇ ਪਰਸਨ ਇਕੋਨਮੀ ਲੈਵਲ ਦੇ ਵਿੱਚ ਡਾਊਨ ਨੇ ਤਾਂ ਉਹਨਾਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ। ਤਾਂ ਉਹੀ 103 ਨੰਬਰ ਅਮੈਂਡਮੈਂਟ ਦੇ ਵਿੱਚ ਹੋਇਆ ਹੈ। ਤਾਂ 103 ਨੰਬਰ ਅਮੈਂਡਮੈਂਟ ਦੀ ਆਪਾਂ ਗੱਲ ਕਰੀਏ ਤਾਂ 10% ਰਿਜ਼ਰਵੇਸ਼ਨ ਮਿਲੀ ਹੈ ਟੂ EWS ਕੈਟੇਗਰੀ। EWS ਕੀ ਹੁੰਦਾ ਹੈ, ਉਹ ਹੁੰਦਾ ਇਕੋਨੋਮਿਕ ਵੀਕਰ ਸੈਕਸ਼ਨ। ਤਾਂ ਇਕੋਨੋਮਿਕ ਵੀਕਰ ਸੈਕਸ਼ਨ ਇੱਥੇ ਤਾਂ ਇਕੋਨੋਮਿਕ ਵੀਕਰ ਸੈਕਸ਼ਨ ਦੀ ਆਪਾਂ ਗੱਲ ਕਰੀਏ ਤਾਂ ਇਕੋਨੋਮਿਕ ਵੀਕਰ ਸੈਕਸ਼ਨ ਉਹ ਵਾਲਾ ਸੈਕਸ਼ਨ ਹੈ ਜਿੰਦੇ 'ਚ ਆਪਾਂ ਜਿਹੜੀ ਫੈਮਿਲੀਜ਼ ਆ ਉਹਨਾਂ ਦੀ ਅਗਰ ਗੱਲ ਕਰੀਏ ਤਾਂ ਜਿਹੜਾ ਫੈਮਿਲੀ ਇਨਕਮ ਹੈ 8 ਲੱਖ ਤੋਂ ਘੱਟ ਬਣਦੀ ਹੈ ਤਾਂ ਰੈਜ਼ੀਡੈਂਸ਼ੀਅਲ ਜਿਹੜਾ ਏਰੀਆ ਹੈਗਾ, ਰੈਜ਼ੀਡੈਂਸ਼ੀਅਲ ਏਰੀਆ ਉਹਨਾਂ ਦਾ ਘਰ ਰਹਿਣ ਦਾ ਜਿਹੜਾ ਘਰ ਮਕਾਨ ਹੈਗਾ ਉਹ 1000 ਸਕੁਅਰ ਫੀਟ ਤੋਂ ਘੱਟ ਬਣਦਾ ਹੈ। ਤਾਂ ਉਹ ਆਉਂਦੇ ਨੇ ਇਕੋਨੋਮਿਕ ਵੀਕਰ ਸੈਕਸ਼ਨ ਦੇ ਵਿੱਚ। ਜਿਵੇਂ SC ਤੇ ST ਜਾਂ OBC ਵਾਲਿਆਂ ਦਾ ਸਰਟੀਫਿਕੇਟ ਬਣਦਾ ਤਾਂ ਉਵੇਂ ਇਕੋਨੋਮਿਕ ਵੀਕਰ ਸੈਕਸ਼ਨ ਦਾ ਸਰਟੀਫਿਕੇਟ ਬਣਨਾ ਸਟਾਰਟ ਹੋ ਚੁੱਕਿਆ ਹੈ। ਉਵੇਂ ਅਗਰ ਗੱਲ ਕਰੀਏ ਅੱਗੇ
102 ਨੰਬਰ ਅਮੈਂਡਮੈਂਟ ਦੀ 102 ਨੰਬਰ ਅਮੈਂਡਮੈਂਟ ਦੀ ਦੇਖੋ 102 ਨੰਬਰ ਅਮੈਂਡਮੈਂਟ ਵਿੱਚ ਕੀ ਹੋਇਆ ਇੱਥੇ ਵੀ ਉਦਾਂ ਦੀ ਚੀਜ਼ ਆਈ NCBC ਰਿਜ਼ਰਵੇਸ਼ਨ ਬਾਰੇ ਹੀ ਗੱਲ ਹੋ ਰਹੀ ਹੈ ਇੱਥੇ ਵੀ ਰਿਜ਼ਰਵੇਸ਼ਨ ਬਾਰੇ ਗੱਲ ਹੋਈ ਇੱਥੇ ਵੀ ਰਿਜ਼ਰਵੇਸ਼ਨ ਹੋਈ ਇੱਥੇ ਵੀ ਰਿਜ਼ਰਵੇਸ਼ਨ ਮਤਲਬ ਰੀਸੈਂਟ ਚੇਂजेस ਰਿਜ਼ਰਵੇਸ਼ਨ ਦੇ ਉੱਪਰ ਜ਼ਿਆਦਾ ਆ ਰਹੀਆਂ ਨੇ ਤਾਂ NCBC ਕੀ ਹੈਗਾ ਇੱਕ ਕਮਿਸ਼ਨ ਬੈਠਾ ਹੈ ਇੱਕ ਆਯੋਗ ਬੈਠਾ ਹੈ ਨੈਸ਼ਨਲ ਕਮਿਸ਼ਨ ਫॉर बैकवर्ड क्लासेस ਨੈਸ਼ਨਲ ਕਮਿਸ਼ਨ ਫॉर बैकवर्ड क्लासेस ਜਿਹੜੀ BC ਕਾਸਟ ਹੁੰਦੀ ਹੈ ਜਿਵੇਂ SC ਤੇ ST ਹੁੰਦੀ ਹੈ ਉਦਾਂ ਦੀ BC ਕੈਟਾਗਰੀ ਜਿਹੜੀ ਹੁੰਦੀ ਹੈ BC ਕਾਸਟ ਵਾਸਤੇ ਇੱਕ ਕਮਿਸ਼ਨ ਇੱਕ ਆਯੋਗ ਬੈਠਾ ਸਪੈਸ਼ਲ ਇੰਡੀਆ ਦੇ ਵਿੱਚ ਉਹ ਕਿਹੜੀ ਨੰਬਰ ਅਮੈਂਡਮੈਂਟ ਦੇ ਅੰਡਰ ਐਡ ਕੀਤੀ ਉਹਨਾਂ ਨੇ ਪੋਜੀਸ਼ਨ ਕਨਸਟੀਟਿਊਸ਼ਨਲ ਦਰਜਾ ਦਿੱਤਾ ਨੈਸ਼ਨਲ ਕਮਿਸ਼ਨ ਆਫ ਬੈਕਵਰਡ ਕਲਾਸਿਸ ਨੂੰ ਉਹ ਦਿੱਤਾ ਆਪਣੀ 102 ਨੰਬਰ ਅਮੈਂਡਮੈਂਟ ਨੇ ਅੱਜ ਦੀ ਲਾਸਟ ਅਮੈਂਡਮੈਂਟ ਤੇ ਅੱਜ ਦਾ ਲਾਸਟ ਪੁਆਇੰਟ ਦੇਖਦੇ ਹਾਂ 101 ਨੰਬਰ ਅਮੈਂਡਮੈਂਟ ਸਭ ਨੂੰ ਪਤਾ ਹੋਏਗਾ ਇੱਕ ਚੀਜ਼ ਜਿਨੇ ਕਾਫੀ ਜ਼ਿਆਦਾ ਲੋਕਾਂ ਨੂੰ ਤੰਗ ਵੀ ਕਰਿਆ ਕਹਿ ਸਕਦੇ ਹਾਂ ਕਾਫੀ ਲੋਕ ਪਰੇਸ਼ਾਨ ਵੀ ਨੇ ਜਿੰਦ ਤੋਂ ਦੈਟ ਇਜ਼ GST ਐਕਚੁਅਲ ਦੇ ਵਿੱਚ ਕੁਝ ਸਟਰਕਚਰਲ ਟੈਕਸ ਹੈਗਾ ਤਾਂ ਆਪਾਂ ਦੋ ਤਰ੍ਹਾਂ ਦੇ ਟੈਕਸ ਇੰਡੀਆ ਦੇ ਵਿੱਚ ਹੁੰਦੇ ਨੇ ਇੱਕ ਹੁੰਦਾ ਡਾਇਰੈਕਟ ਇੱਕ ਹੁੰਦਾ ਇਨਡਾਇਰੈਕਟ ਤਾਂ ਜਿਹੜਾ GST ਹੈਗਾ ਉਹ ਆਪਣਾ ਇਨਡਾਇਰੈਕਟ ਟੈਕਸ ਹੈ ਉਹ ਵੀ ਆਪਾਂ ਫਰਦਰ ਲੈਕਚਰ ਦੇ ਵਿੱਚ ਡਿਸਕਸ ਕਰ ਲਾਂਗੇ ਵੀ ਡਾਇਰੈਕਟ ਤੇ ਇਨਡਾਇਰੈਕਟ ਹੁੰਦੇ ਕੀ ਨੇ ਐਕਚੁਅਲੀ ਇਕਨੋਮੀ ਦੇ ਵਿੱਚ ਤਾਂ GST ਜਿਹੜਾ ਹੈਗਾ ਆਪਣੇ ਕੋਲ GST ਸਹੀ ਦੇ ਵਿੱਚ ਇਹਦੀ ਫੁੱਲ ਫਾਰਮ ਕੀ ਹੈ ਦੈਟ ਇਜ਼ ਗੁੱਡਸ ਐਂਡ ਸਰਵਿਸਿਜ਼ ਟੈਕਸ ਕਈਆਂ ਦੇ ਦਿਮਾਗ ਦੇ ਵਿੱਚ ਆ ਰਿਹਾ ਹੋਏਗਾ ਆ ਤਾਂ ਇੰਪਲੀਮੈਂਟ 2017 ਦੇ ਵਿੱਚ ਆਇਆ ਹੈ ਬਟ ਇੱਥੇ ਅਮੈਂਡਮੈਂਟ ਲਿਖੀ ਹੈ 2016 ਦੇ ਵਿੱਚ ਦੇਖੋ ਬਿੱਲ ਪਾਸ ਪਹਿਲਾਂ ਹੋ ਗਿਆ ਲੇਕਿਨ ਉਹਨੂੰ ਲਾਗੂ ਕਰਨ ਤੇ ਟਾਈਮ ਲੱਗ ਜਾਂਦਾ ਹੈ ਪ੍ਰੋਵੀਜ਼ਨਸ ਨੂੰ ਲਾਗੂ ਕਰਨ ਤੇ ਟਾਈਮ ਲੱਗਿਆ ਦੈਟ ਮੀਨਸ ਜਿਹੜਾ GST ਹੈ ਨਾ ਉਹ ਇੰਡੀਆ ਦੇ ਵਿੱਚ ਲਾਗੂ ਕਦੋਂ ਹੋਇਆ ਹੈ ਉਹ ਹੋਇਆ 1 ਜੁਲਾਈ ਤੋਂ 1 ਜੁਲਾਈ 2017 ਤੋਂ ਇਹ ਲਾਗੂ ਹੋਇਆ ਹੈ ਤਾਂ ਇਹ ਤੁਹਾਡੇ ਸਾਹਮਣੇ ਸੀ ਕਰੰਟ ਅਮੈਂਡਮੈਂਟਸ ਜਿਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਪਣੀ ਕਾਪੀ ਤੇ ਨੋਟਸ ਬਣਾ ਸਕਦੇ ਹੋ ਦੇਖੋ ਜਿਹੜੀ ਆਪਣੇ ਕੋਲ ਰੀਸੈਂਟ ਅਮੈਂਡਮੈਂਟ ਸੀ 101 2 3 4 ਇਹ ਚਾਰ ਅਮੈਂਡਮੈਂਟ ਸੀ ਇਹ ਜਸਟ ਬੇਸਿਕ ਟਰਮੀਨੋਲੋਜੀ ਸੀ ਅੱਜ ਦੇ ਲੈਕਚਰ ਦੇ ਵਿੱਚ ਬੇਸਿਕ ਟਰਮ ਤੁਹਾਡੇ ਨਾਲ ਡਿਸਕਸ ਕਰੀਆਂ ਵੀ ਪੋਲਿਟਿਕਸ ਹੁੰਦੀ ਕੀ ਹੈ ਮੀਨਿੰਗ ਕੀ ਹੁੰਦਾ ਰਾਜਨੀਤੀ ਦਾ अपने राजनीति ਦੇ ਵਿੱਚ ਰਾਜ ਕੌਣ ਕਰਦਾ ਕਿੰਨੇ ਤਰ੍ਹਾਂ ਦੀ ਗਵਰਨਮੈਂਟ ਹੈ ਤਿੰਨ ਤਰ੍ਹਾਂ ਦੀਆਂ ਲੋਕਲ ਸਟੇਟ ਤੇ ਸੈਂਟਰ ਗਵਰਨਮੈਂਟ ਲੋਕਲ ਸਟੇਟ ਸੈਂਟਰ ਗਵਰਨਮੈਂਟ ਦੇ ਵਿੱਚ ਪਾਰਲੀਮੈਂਟ ਜਿਹੜਾ ਵਰਡ ਪੜਿਆ ਸੀ ਤਾਂ ਪਾਰਲੀਮੈਂਟ ਹੀ ਅਮੈਂਡਮੈਂਟ ਕਰ ਸਕਦੀ ਹੈ ਤਾਂ ਪਾਰਲੀਮੈਂਟ ਅਮੈਂਡਮੈਂਟ ਕਰੇਗੀ ਟੋਟਲ ਅਮੈਂਡਮੈਂਟਸ 104 ਹੋ ਚੁੱਕੀਆਂ ਨੇ ਤਾਂ ਪਾਰਲੀਮੈਂਟ ਵਿੱਚ ਲੋਕ ਸਭਾ ਰਾਜ ਸਭਾ ਤੇ ਪ੍ਰੈਜ਼ੀਡੈਂਟ ਤਿੰਨ ਪਰਸਨ ਆਉਂਦੇ ਨੇ ਤਿੰਨੋਂ ਪਰਸਨ ਕੀ ਕਰਦੇ ਨੇ ਆਪਦਾ ਬਿੱਲ ਪਾਸ ਕਰਕੇ ਕੀ ਕਰਦੇ ਨੇ ਅਮੈਂਡਮੈਂਟ ਕਰਦੇ ਨੇ ਤਾਂ ਉਹ ਤਿੰਨੋਂ ਜਣੇ ਜਦੋਂ ਬਿੱਲ ਪਾਸ ਕਰ ਦਿੰਦੇ ਫਾਈਨਲੀ ਅਮੈਂਡਮੈਂਟ ਹੋ ਜਾਂਦੀ ਹੈ ਤਾਂ ਆਪਣੇ ਕੋਲ ਆ ਰੀਸੈਂਟ ਅਮੈਂਡਮੈਂਟ ਤੁਹਾਡੇ ਸਾਹਮਣੇ ਸੀ ਤੇ ਇਹ ਅੱਜ ਦਾ ਲੈਕਚਰ ਸੀ ਲੈਕਚਰ ਦੇ ਵਿੱਚ ਕਿਦਾਂ ਦਾ ਕੋਈ ਵੀ ਡਾਊਟ ਹੋਏ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ